ਨਮਸਕਾਰ, ਓਮ ਸ਼ਾਂਤੀ ਤੇ ਨਾਲੇ ਸਤਿ ਸ੍ਰੀ ਅਕਾਲ। ਸਤਿਗੁਰੂ ਕਰਤਾ ਪੁਰਖ 'ਚ ਅੱਜ ਫਿਰ ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਅਸੀਂ ਗੱਲ ਕਰਦੇ ਹਾਂ ਗਿਆਨ ਅਤੇ ਯੋਗ ਦੇ ਬਾਰੇ 'ਚ। ਕਿਤਨਾ ਗਿਆਨ ਸਾਡੇ ਜੀਵਨ 'ਚ ਕੰਮ ਕਰਦਾ ਅਤੇ ਕਿਤਨਾ ਯੋਗ ਸਾਡੇ ਜੀਵਨ 'ਚ ਆਪਣੀ ਜੀਵਨ ਦੀ ਉન્નਤੀ 'ਚ ਪ੍ਰਯੋਗ ਹੁੰਦਾ। ਆਈਏ ਇਸ ਗੱਲ ਦੇ ਬਾਰੇ 'ਚ ਹੋਰ ਅੱਗੇ ਬੜੀਏ ਅਤੇ ਨਾਲੇ ਸਵਾਗਤ ਕਰਦੇ ਹਾਂ ਸਾਡੇ ਭਰਾਤਾ ਨਿਰਵੈਰ ਭਾਈ ਸਾਹਿਬ ਦਾ। ਸਤਿਗੁਰੂ ਕਰਤਾ ਪੁਰਖ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ। ਬਹੁਤ ਬਹੁਤ ਧੰਨਵਾਦ ਜੀ। ਓਮ ਸ਼ਾਂਤੀ ਜੀ। ਸਤਿ ਸ੍ਰੀ ਅਕਾਲ। ਜੀ ਭਾਈ ਸਾਹਿਬ, ਅੱਜ ਦਾ ਪ੍ਰਸ਼ਨ ਹੈ ਕਿ ਬੀਜ ਰੂਪ ਸਥਿਤੀ ਕਿਆ ਹੈ ਅਤੇ ਨਾਲੇ ਅਵਿਅਕਤ ਸਥਿਤੀ ਕਿਆ ਹੈ? ਇਹ ਦੋਨੋਂ ਇੱਕੋ ਹੀ ਹੈ ਜਾਂ ਦੋਨੋਂ ਅਲੱਗ ਅਲੱਗ ਹੈ ਜਾਂ ਦੋਨੋਂ 'ਚ ਕੋਈ ਅੰਤਰ ਹੈ? ਬੀਜ ਰੂਪ ਸਥਿਤੀ, ਉਹਦਾ ਭਾਵ ਤੇ ਇਹੀ ਹੈ ਕਿ ਆਤਮਾ ਆਪਣੇ ਨਿਜ ਸਰੂਪ 'ਚ ਜਦੋਂ ਪੂਰੇ 100% ਉਹਦੇ 'ਚ ਸਥਿਤ ਹੈਗੀ ਹੈ। ਜਿਹਦਾ ਮਤਲਬ ਹੈ ਕਿ ਜੋ ਵੀ ਗੁਣ ਹੈਗੇ ਹੈ, ਜੋ ਵੀ ਸ਼ਕਤੀਆਂ ਹੈਗੀਆਂ, ਜੋ ਵੀ ਗਿਆਨ ਹੈ, ਉਹ ਸਭ ਬਹੁਤ ਸੂਖਸ਼ਮ ਰੂਪ 'ਚ, ਜਿਸ ਤਰ੍ਹਾਂ ਬੀਜ ਛੋਟਾ ਜਿਹਾ ਹੁੰਦਾ ਹੈ ਔਰ ਉਹਨੂੰ ਤੁਸੀਂ ਕਿਤੇ ਬੀਜ ਨੂੰ ਬੋਂਦੇ ਹੋ ਅਤੇ ਉਹਦਾ ਪੌਦਾ ਜਿਹੜਾ ਹੁੰਦਾ ਵੱਡਾ ਹੁੰਦਾ ਹੈ, ਕਾਫੀ ਵੱਡਾ ਹੁੰਦਾ ਹੈ। ਜੀ। ਛੋਟਾ ਜਿਹਾ ਬੀਜ बढ़ते पेड़ ਦਾ, ਉਹਨੂੰ ਕਿਤੇ ਰੱਖੋ ਔਰ ਦੇਖੋ ਕਿਤਨਾ ਵੱਡਾ बढ़ता पेड़ ਬਣ ਜਾਂਦਾ ਹੈ। ਇਸ ਤਰ੍ਹਾਂ ਹੋਰ ਵੀ ਪੀਪਲ ਦਾ ਪੇੜ ਹੈ, ਅੰਬ ਦਾ ਪੇੜ, ਉਹਦੀ ਜੋ ਵੀ ਗੁਠਲੀ ਹੁੰਦੀ ਹੈ ਉਹ ਲਗਾਉਂਦੇ ਨੇ ਔਰ ਉੱਥੋਂ ਤੇ ਆਤਮਾ ਜਦੋਂ ਆਪਣੇ ਨਿਜ ਸਰੂਪ 'ਚ ਪੂਰਨਤਿਆ ਸਥਿਤ ਹੈ ਤੇ ਉਸ ਵੇਲੇ ਜੋ ਵੀ ਸ਼ਕਤੀਆਂ ਗੁਣ ਉਹ ਸਭ ਐਸੈਂਸ ਰੂਪ 'ਚ ਉਹਦੇ 'ਚ ਕਾਇਮ ਹੈਗੇ। ਔਰ ਫਰਿਸ਼ਤਾ ਰੂਪ ਫਿਰ ਉਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਫਰਿਸ਼ਤੇ ਦਾ ਸਰੂਪ ਤੇ ਹੋਏਗਾ ਜਿਸ ਤਰ੍ਹਾਂ ਹਿਊਮਨ ਬੀਇੰਗਸ ਦਾ ਹੁੰਦਾ ਹੀ ਜੀ, ਲੇਕਿਨ ਲਾਈਟ ਦਾ ਸਰੂਪ। ਅੱਛਾ। ਹੱਡੀ ਮਾਸ ਨਹੀਂ ਹੁੰਦੀ ਹੈ, ਲਾਈਟ ਦਾ ਸਰੂਪ। ਤੇ ਲੇਕਿਨ ਉਹਦੇ ਵਿੱਚ ਜੋ ਕੁਛ ਵੀ, ਪਹਿਲੀ ਗੱਲ ਹੈ ਕਿ ਫਰਿਸ਼ਤਾ ਸਰੂਪ ਮਾਨਾ ਅਵਿਅਕਤ ਸਰੂਪ ਹੈ। ਉਹ ਅੱਛਾ। ਹੋਏਗਾ ਸਾਕਾਰ, ਕੋਈ ਨਾ ਕੋਈ ਕਿਸੇ ਵੀ ਵਿਅਕਤੀ ਦਾ ਹੋਏਗਾ, ਲੇਕਿਨ ਜਦੋਂ ਉਹ ਫਰਿਸ਼ਤਾ ਸਰੂਪ ਬਣ ਜਾਂਦਾ ਹੈ ਤੇ ਸ਼ਕਲ ਸੂਰਤ ਉਹ ਹੀ ਰਹੇਗੀ, ਲੇਕਿਨ ਉਹਦੇ ਵਿੱਚ ਉਹ ਸਾਰੀ ਜਿਹੜੀ ਹੈ ਇੱਕ ਅਵਿਅਕਤ ਲਾਈਟ ਹੈਗੀ ਹੈ। ਅੱਛਾ। ਉਸ ਸਰੂਪ 'ਚ ਉਹ ਦੇਖਣ 'ਚ ਆਏਗਾ, ਜਿਹਨੂੰ ਕਹਿੰਦੇ ਫਰਿਸ਼ਤਾ। ਔਰ ਉਹਦੇ ਵਿੱਚ ਜੋ ਕਮਿਊਨੀਕੇਸ਼ਨ ਹੈ ਉਹ ਇਸ਼ਾਰੇ ਨਾਲ ਕਹਿ ਲਓ, ਲਿਪ ਮੂਵਮੈਂਟ ਦੇ ਜ਼ਰੀਏ ਕਹਿ ਲਓ, ਉਹ ਇੱਕ ਦੂਜੇ ਦੇ ਨਾਲ ਕਮਿਊਨੀਕੇਟ ਕਰ ਸਕਦੇ। ਅੱਛਾ। ਜਦੋਂ ਕਮਿਊਨੀਕੇਟ ਕਰਦੇ ਤੇ ਇੰਝ ਲੱਗਦਾ ਜਿਸ ਤਰ੍ਹਾਂ ਕੋਈ ਸਾਕਾਰ 'ਚ ਜਿਸ ਤਰ੍ਹਾਂ ਕੋਈ ਗੱਲ ਕਰਦੇ। ਅੱਛਾ। ਖਾਸ ਕਰ ਅਸੀਂ ਥੋੜ੍ਹਾ ਜਿਹਾ ਇਹ ਆਪਣੇ ਗੁਰੂਵਾਰ ਦਾ ਜਦੋਂ ਭੋਗ ਹੁੰਦਾ ਹੈ, ਹਾਂਜੀ, ਤੇ ਸੰਦੇਸ਼ੀ ਭੋਗ ਲੈ ਕੇ ਜਾਂਦੀ ਹੈ ਔਰ ਉਸ ਵਤਨ 'ਚ ਜਾ ਕਰਕੇ
ਉਹਨਾਂ ਦਾ ਵੀ ਆਪਣਾ ਸਰੂਪ ਜਿਹੜਾ ਉਹ ਫਰਿਸ਼ਤੇ ਦਾ ਬਣ ਜਾਂਦਾ ਹੀ। ਅੱਛਾ। ਔਰ ਉਸ ਵੇਲੇ ਉਹ ਬਾਬਾ ਨੂੰ ਵੀ ਫਰਿਸ਼ਤਾ ਦੇ ਰੂਪ 'ਚ ਦੇਖਦੇ ਨੇ, ਔਰ ਹੋਰ ਵੀ ਜੋ ਆਤਮਾ ਉੱਥੇ ਐਮਰਜ ਹੁੰਦੀਆਂ ਹੀ ਉਹ ਵੀ ਫਰਿਸ਼ਤੇ ਰੂਪ 'ਚ ਹੁੰਦੀਆਂ। ਪਰ ਲੱਗੇਗਾ ਇਸ ਤਰ੍ਹਾਂ ਉਹਨਾਂ ਨੂੰ ਜਿਸ ਤਰ੍ਹਾਂ ਉਹ ਸਾਕਾਰ 'ਚ ਆਪਸ 'ਚ ਮਿਲ ਰਹੇ ਹੈ। ਅੱਛਾ। ਪਰ ਹੱਡੀ ਮਾਸ ਨਹੀਂ ਹੋਏਗਾ, ਲਾਈਟ ਦਾ ਸਰੂਪ। ਲਾਈਟ ਸਰੂਪ। ਹਾਂਜੀ। ਤੇ ਇਹ ਬੀਜ ਰੂਪ ਹੈ ਕਿਆ ਬਾਬਾ? ਬੀਜ ਰੂਪ ਕਿਹਨੂੰ ਬੋਲਦੇ? ਜਿੱਦਾਂ ਤੁਸੀਂ ਇਸ ਟਾਈਮ ਸਥਿਤੀ ਦੀ ਡਿਟੇਲ। ਬੀਜ ਰੂਪ ਦਾ ਮਤਲਬ ਹੀ ਹੈ ਬੜੀ ਸ਼ਕਤੀਸ਼ਾਲੀ ਸਥਿਤੀ, ਇੰਟੈਂਸ, ਸਾਰੀਆਂ ਸ਼ਕਤੀਆਂ ਇਕੱਠੀ ਕਰ ਲਓ ਤੁਸੀਂ। ਉਹਦਾ ਇੱਕ ਛੋਟਾ ਜਿਹਾ ਮਿਸਾਲ ਦਿਆਂਗਾ ਕਿ ਜਿਸ ਤਰ੍ਹਾਂ ਸੱਚਾ ਹੀਰਾ ਹੁੰਦਾ ਹੈ, ਤਾਂ ਸੱਚੇ ਹੀਰੇ ਨੂੰ ਤੁਸੀਂ ਦੇਖੋ ਕਿਤਨਾ ਉਹਦੇ ਦੀ ਲਾਈਟ ਉਹ ਦੇਖਣ 'ਚ ਆਉਂਦੀ ਹੈ। ਤੇ ਇਸ ਕਰਕੇ ਉਹ ਬੀਜ ਰੂਪ ਦਾ ਮਤਲਬ ਹੀ ਹੈ ਕਿ ਸਭ ਜੋ ਵੀ ਗਿਆਨ ਹੈ ਜੀ, ਗਿਆਨ ਸਾਰਾ ਹੈ, ਪਰ ਉਹ ਐਸੈਂਸ ਰੂਪ 'ਚ। ਅੱਛਾ। ਐਸੈਂਸ ਰੂਪ ਦਾ ਮਤਲਬ ਹੈ ਆਤਮ, ਸੋਲ ਕੌਨਸ਼ੀਅਸਨੈਸ, ਆਤਮ ਸਰੂਪ, ਸਰੂਪ ਚ ਰਹਿਣਾ। ਔਰ ਸ਼ਿਵ ਬਾਬਾ ਦਾ ਪੂਰਾ ਸਰੂਪ ਸਾਹਮਣੇ। ਅੱਛਾ। ਤੇ ਉਸ ਵੇਲੇ ਲਾਈਟ ਔਰ ਮਾਈਟ ਸਰੂਪ, ਬਸ ਹੋਰ ਕੁਝ ਨਹੀਂ। ਤੇ ਉਹ ਕੋਈ ਨਾ ਗੱਲ ਕਰ ਸਕਦੇ ਆ, ਉੱਥੇ ਕੋਈ ਬੋਲਚਾਲ ਕਮਿਊਨੀਕੇਸ਼ਨ ਨਹੀਂ ਹੈ, ਨਹੀਂ ਬੋਲਚਾਲ ਅੱਛਾ। ਨਹੀਂ ਹੈ, ਲੇਕਿਨ ਉਹ ਸਰੂਪ ਦੀ ਫੀਲਿੰਗ ਇੰਡੀਵਿਜੂਅਲ ਹਰ ਇੱਕ ਆਤਮਾ ਨੂੰ ਆਪਣੀ ਆਉਂਦੀ ਹੈ। ਜੀ ਭਾਈ ਸਾਹਿਬ। ਭਾਈ ਸਾਹਿਬ, ਅਗਲਾ ਪ੍ਰਸ਼ਨ ਮੈਨੂੰ ਆਇਆ ਕਿ ਪੂਰੇ 84 ਜਨਮ ਕੌਣ ਲੈਂਦਾ? ਮਤਲਬ ਬੋਲਦੇ ਕਿ 84 ਲੱਖ ਯੋਨੀਆਂ ਹੁੰਦੀ, ਤੇ 84 ਇੱਕ ਭਾਈ ਹੈ ਉਹ ਬੋਲਦੇ ਕਿ ਮੈਂ ਕੋਰਸ ਵੀ ਕੀਤਾ ਲੇਕਿਨ ਕੋਰਸ 'ਚ ਇਤਨਾ ਸਮਝ ਨਹੀਂ ਆਇਆ। ਮੈਂ ਤੁਹਾਡੇ ਮੁਖ 'ਤੇ ਸੁਣਨਾ ਚਾਹੁੰਦਾ ਕਿ 84 ਜਨਮ ਅਸੀਂ ਕਿੱਦਾਂ ਲੈਂਦੇ ਤੇ ਕੌਣ ਵਿਅਕਤੀ ਇਹ 84 ਜਨਮ ਲੈਂਦਾ? ਸਵਾਲ ਇਹ ਹੈ ਕਿ 84 ਜਨਮ ਕਦੋਂ ਤੋਂ ਲੈ ਕੇ ਲੈਂਦੇ ਨੇ? ਜੀ। ਅਗਰ ਤੁਸੀਂ ਵਿਸ਼ਵ ਡਰਾਮਾ ਨੂੰ ਦੇਖੋ ਅੱਛੀ ਤਰ੍ਹਾਂ, ਜੀ। ਵਰਲਡ ਸਾਈਕਲ, ਤੇ ਉਹਦੀ ਜਦੋਂ ਬਿਗਨਿੰਗ ਹੁੰਦੀ ਹੈ ਉਹ ਹੁੰਦੀ ਹੈ ਜਦੋਂ ਸ੍ਰੀ ਲਕਸ਼ਮੀ ਸ੍ਰੀ ਨਾਰਾਇਣ ਅੱਛਾ। ਰਾਜ ਗੱਦੀ ਤੇ ਬੈਠਦੇ ਆ, ਔਰ ਉਹ ਗੋਲਡਨ ਏਜ ਹੁੰਦੀ, ਸਤਯੁਗ ਹੁੰਦਾ ਹੀ। ਉਸ ਵੇਲੇ ਤੋਂ ਲੈ ਕੇ 111 ਸ਼ੁਰੂ ਹੁੰਦਾ ਹੈ। ਅੱਛਾ। ਔਰ ਉਹ ਫਿਰ ਸਤਯੁਗ 'ਚ 1250 ਵਰਸ਼ 'ਚ 8 ਜਨਮ ਹੁੰਦੇ ਆ। ਅੱਛਾ। ਸ੍ਰੀ ਲਕਸ਼ਮੀ ਨਾਰਾਇਣ ਦੀ ਫਸਟ, ਸੈਕਿੰਡ, ਥਰਡ ਇਸ ਤਰ੍ਹਾਂ ਚੱਲੇਗਾ। ਫਿਰ ਥੋੜਾ ਚੇਂਜ ਆਉਂਦੀ ਹੈ। ਅੱਛਾ। ਤੇ ਸਤੋ ਪ੍ਰਧਾਨ ਤੋਂ ਸਤੋ ਬਣ ਜਾਂਦੇ ਆਤਮਾ ਜਿਹੜੀ ਹੈ। ਤੇ ਉਸ ਵੇਲੇ ਉਹਨਾਂ ਨੂੰ ਰਾਮ ਔਰ ਸੀਤਾ ਦਾ ਸਰੂਪ ਮਿਲਦਾ, ਉਹ 14 ਕਲਾ ਮੰਨੇ ਜਾਂਦੇ ਆ। ਅੱਛਾ। ਉਹਨਾਂ ਦੇ 12-13 ਜਨਮ ਹੁੰਦੇ ਆ। ਹੁਣ ਉਹਦੇ 'ਚ ਗਹਿਰਾਈ ਕੀ ਹੈਗੀ ਆ ਕਿ ਥੋੜ੍ਹੀ ਜਿਹੀ ਕਮੀ ਦਿਖਾਉਣ ਵਾਸਤੇ ਵੀ ਸ੍ਰੀ ਲਕਸ਼ਮੀ ਨਾਰਾਇਣ ਦੇ ਸਾਹਮਣੇ ਉਹ ਥੋੜ੍ਹੀ ਜਿਹੀ ਕਮੀ ਜਿਹੜੀ ਆ ਉਹ ਉਹਨਾਂ ਨੂੰ ਤੀਰ ਕਮਾਨ ਦਿਖਾਇਆ ਹੋਇਆ ਹੈ। ਵੈਸੇ ਤੇ ਸਤਯੁਗ ਤ੍ਰੇਤਾ 'ਚ ਕੋਈ ਫਰਕ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਤੀਰ ਕਮਾਨ ਉਠਾਉਣਾ ਪਏ ਔਰ ਕੋਈ ਸ਼ਿਕਾਰ ਕਰਨੇ ਪੈਣ, ਔਰ ਐਸਾ ਕੁਝ ਨਹੀਂ।
ਤੇ ਜੋ ਸ਼ੁਰੂ ਤੋਂ ਬਿਲਕੁਲ ਬਿਗਨਿੰਗ ਤੋਂ ਆਤਮਾ ਆਉਂਦੀ ਹੈ, ਭਾਵੇਂ ਉਹ ਸ੍ਰੀ ਲక్ష్ਮੀ ਨਾਰਾਇਣ ਦੀ ਹੈ ਜਾਂ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਰਾਜ ਘਰਾਣੇ ਦੇ ਲੋਕ ਨੇ ਜਾਂ ਪ੍ਰਜਾ ਹੈਗੀ ਆ, ਉਹ 84 ਜਨਮ ਲੈਂਦੇ ਆ। ਅੱਛਾ। ਔਰ ਫਿਰ ਉਸ ਤੋਂ ਬਾਅਦ ਜਿਹੜੇ ਫਿਰ ਉਹ ਵੀ ਤ੍ਰੇਤਾ ਚ ਆਉਣਗੇ, ਪਰ ਫਿਰ ਜਿਤਨੀ ਕਿਸੇ ਨੇ ਆਪਣੀ ਸਥਿਤੀ ਬਣਾਈ ਸੀ ਉਹਦੇ ਹਿਸਾਬ ਨਾਲ ਫਿਰ ਤ੍ਰੇਤਾ ਚ ਵੀ ਆਉਣਗੇ, ਫਿਰ ਦੁਆਪੁਰ ਚ ਵੀ ਆਉਣਗੇ। ਤੇ ਇਸ ਕਰਕੇ ਅਧਿਕ ਤੋਂ ਅਧਿਕ, ਜ਼ਿਆਦਾ ਤੋਂ ਜ਼ਿਆਦਾ ਜਿਹੜੇ ਜਨਮ ਨੇ ਉਹ 84 ਹੈਗੇ। ਉਹ ਇੱਕ ਹੀ ਵਿਅਕਤੀ ਅਲੱਗ-ਅਲੱਗ ਰੂਪ ਚ ਲੈਂਦਾ ਜੀ। ਔਰ ਉਸ ਤੋਂ ਬਾਅਦ ਜਿਹੜੇ ਆਉਂਦੇ ਨੇ ਥੋੜਾ ਟਾਈਮ ਤੋਂ ਬਾਅਦ, ਕਿਉਂਕਿ ਸਭ ਆਤਮਾ ਇੱਕ ਸਾਥ ਨਹੀਂ ਆਉਂਦੀਆਂ, ਅੱਛਾ। ਥੋੜੇ ਕਰਕੇ ਵੱਧਦੇ ਜਾਂਦੇ ਨੇ। ਤੇ ਜਿਹੜੇ ਬਾਅਦ ਚ ਆਉਂਦੇ ਆ ਤੇ ਸੁਭਾਵਿਕ ਹੈ ਕਿ ਉਹਨਾਂ ਦੇ ਜਨਮ ਘੱਟ ਹੋਣਗੇ। 84 ਦੀ ਬਜਾਏ 80 ਹੋ ਸਕਦੇ ਆ, 82 ਹੋ ਸਕਦੇ ਆ, ਇਸ ਤਰ੍ਹਾਂ ਘਟਦੇ ਜਾਣਗੇ। ਇਹ ਯੋਨੀਆਂ ਕੀ ਬੋਲਦੇ ਫਿਰ? ਇਹ ਯੋਨੀਆਂ ਜੇ ਹੁੰਦੀ ਹੈ, ਯੋਨੀਆਂ ਮਤਲਬ ਵੈਰਾਈਟੀ ਤੇ ਹੈ ਨਾ, ਜੋ ਜੀਵ ਜੰਤੂ ਜਿਤਨੇ ਦੁਨੀਆ 'ਚ ਹੈਗੇ ਆ, ਜੀਵ ਜੰਤੂ, ਵੈਜੀਟੇਸ਼ਨ, ਕਈ ਕੁਛ ਹੈਗਾ ਹੀ। ਤੇ ਉਹ ਤਾਂ ਫਿਰ ਚੀਜ਼ ਹੀ ਅਲੱਗ ਹੈ। ਉਹ ਤੇ 84 ਲੱਖ ਕਿਆ ਅਸੀਂ ਗਿਣਤੀ ਤੇ ਕਰ ਨਹੀਂ ਸਕਦੇ, ਮੁਸ਼ਕਿਲ ਹੈ। ਇਹ ਤੋਂ ਜ਼ਿਆਦਾ ਵੀ ਹੋ ਸਕਦਾ ਹੀ ਜੀ। ਲੇਕਿਨ ਇੱਥੇ ਅਸੀਂ ਹੋਰ ਜੀਵ ਜੰਤੂਆਂ ਦੀ ਗੱਲ ਨਹੀਂ ਲੈ ਰਹੇ। ਅੱਛਾ। ਹਿਊਮਨ ਸੋਲ ਦੀ ਗੱਲ, ਮਨੁੱਖ ਆਤਮਾ ਦੀ ਗੱਲ। ਤੇ ਇਹ ਇੱਕ ਨਈ ਚੀਜ਼ ਜਿਹੜੀ ਸਾਨੂੰ ਬਾਬਾ ਕੋਲੋਂ ਮਿਲੀ ਹੈ, ਸ਼ਿਵ ਬਾਬਾ ਨੇ ਦੱਸੀ ਹੈ, ਜੋ ਸਾਰੇ ਸ੍ਰਿਸ਼ਟੀ ਦਾ ਆਦਿ ਮੱਧ ਅੰਤ ਦਾ ਗਿਆਤਾ ਹੈ, ਜਾਣਕਾਰ ਹੈ। ਤੇ ਉਹਨਾਂ ਨੇ ਇੱਕ ਚੀਜ਼ ਬੜੀ ਸਾਡੇ ਮਨ 'ਚ ਖੁਸ਼ੀ ਲਿਆਉਣ ਵਾਸਤੇ ਵੀ ਮੈਂ ਕਹਾਂਗਾ ਉਹ ਦਿੱਤੀ ਹੈ ਕਿ ਮਨੁੱਖ ਆਤਮਾ ਸਦਾ ਹੀ ਮਨੁੱਖ ਆਤਮਾ ਰਹਿੰਦੀ ਹੈ। ਅੱਛਾ। ਹਾਂ, ਜਿੱਦਾਂ ਬੋਲਦੇ ਕਿ ਮਨੁੱਖ ਉਹ ਕਰਮ ਕਰਦੇ ਤਾਂ ਉਸ ਜਾਨਵਰ, ਜੀਵ ਉਹ ਜੰਤੂ, ਜਾਨਵਰ ਬਣ ਗਿਆ, ਪਕਸ਼ੀ ਬਣ ਗਿਆ, ਫਲਾਣਾ ਬਣ ਗਿਆ, ਕੁੱਤਾ ਬਣ ਗਿਆ। ਨਹੀਂ, ਮਨੁੱਖ ਆਤਮਾ ਹੀ ਰਹਿੰਦੀ ਹੈ। ਪਰ ਜਦੋਂ ਸਤਯੁਗ ਤ੍ਰੇਤਾ 'ਚ ਕਿਹਾ ਜਾਂਦਾ ਹੈ ਤੇ ਸਤਯੁਗ ਤ੍ਰੇਤਾ 'ਚ ਸੰਪੂਰਨ ਨਿਰਵਿਕਾਰੀ ਹੈ। ਸੰਪੂਰਨ ਨਿਰਵਿਕਾਰੀ ਹੋਣ ਕਰਕੇ ਉਹ ਦੇਵਤਾ ਕਹਾਉਂਦੇ ਰਹੇ। ਔਰ ਫਿਰ ਦੁਆਪੁਰ ਤੋਂ ਲੈ ਕਰਕੇ ਫਿਰ ਉਹ ਸਟੇਜ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਤੇ ਫਿਰ ਵਿਕਰਮਾਦਿੱਤ ਦਾ ਰਾਜ ਸ਼ੁਰੂ ਹੁੰਦਾ ਹੀ। ਅੱਜ ਦੀ ਮੁਰਲੀ ਤੁਸੀਂ ਸੁਣੀ ਹੋਏਗੀ ਤੇ ਉਹਦੇ ਵਿੱਚ ਖਾਸ ਬਾਬਾ ਨੇ ਐਕਸਪਲੇਨ ਕੀਤਾ ਕਿ ਕਿਸ ਤਰ੍ਹਾਂ 5 ਵਿਕਾਰ ਜਿਹੜੇ ਆ ਉਹ ਆਉਂਦੇ ਨੇ ਔਰ ਉਹ ਕੀ ਬਣਾ ਦਿੰਦੇ ਆ। ਕੀ ਸ਼ਬਦ ਸੀ? ਸਭ ਤੋਂ ਅੱਛਾ ਜਿਹੜਾ ਪੁਰਸ਼ਾਰਥ ਹੈ ਉਹ ਹੈ ਕਿ ਅਸੀਂ ਇਸ ਵੇਲੇ ਜਿਹੜਾ ਪੁਰਸ਼ੋਤਮ ਸੰਗਮ ਯੁੱਗ ਹੈ, ਇਸ ਵੇਲੇ ਇਤਨਾ ਮਹੀਨ, ਇਤਨਾ ਐਕੂਰੇਟ ਪੁਰਸ਼ਾਰਥ ਕਰੀਏ ਕਿ ਆਤਮਾ ਜਿਹੜੀ ਆਪਣੇ ਸੱਤਿ ਸਰੂਪ 'ਚ ਅੱਛੀ ਤਰ੍ਹਾਂ ਕਾਇਮ ਹੋ ਜਾਏ, ਉਹਦਾ ਸੰਸਕਾਰ ਜਿਹੜੇ ਆ ਉਹ ਸਾਰੇ ਸਤੋ ਪ੍ਰਧਾਨ ਬਣ ਜਾਣ। ਤੇ ਫਿਰ ਸਤਯੁਗ ਸ਼ੁਰੂ ਤੋਂ ਆ ਸਕਦੀ ਹੈ। ਅੱਛਾ। ਨਹੀਂ ਤਾਂ ਫਿਰ ਬਾਅਦ 'ਚ ਹੋਣਗੇ। ਜੀ। ਤੇ ਇਸ ਕਰਕੇ ਅੱਛਾ ਸਵਾਲ ਪੁੱਛਿਆ ਜਿਹਨਾਂ ਨੇ ਵੀ ਪੁੱਛਿਆ ਜੀ। ਔਰ ਇਹਦੇ ਵਿੱਚ ਬੜੀ ਗੱਲਾਂ ਕਲੀਅਰ ਹੋ ਜਾਂਦੀਆਂ ਹੀ ਕਿ ਪਹਿਲੀ ਗੱਲ ਹੈ ਕਿ ਮਨੁੱਖ ਆਤਮਾ ਹੋਰ ਕੋਈ ਜਨਮ 'ਚ ਨਹੀਂ ਜਾਂਦੀ ਹੈ। ਮਨੁੱਖ ਆਤਮਾ ਦੇਵਤਾ ਸਰੂਪ 'ਚ ਔਰ ਜਾਂ ਫਿਰ ਬਾਅਦ 'ਚ
ਦੈਤ ਕਹਿੰਦੇ ਆ ਉਹਨੂੰ, ਜਿਹੜਾ ਦੂਸਰੀ ਸਾਈਡ ਚਲ ਜਾਂਦੇ ਨਾ, ਅੱਛਾ। ਤੇ ਉਹ ਸਰੂਪ ਜਿਹੜਾ ਹੀ, ਲੇਕਿਨ ਹੋਣਗੇ ਉਹ ਹਿਊਮਨ ਬੀਇੰਗਸ। ਕਈ ਵਾਰ ਉਹ ਚਿੱਤਰਕਾਰ ਜਿਹੜੇ ਬਣਾਉਂਦੇ ਨੇ ਚਿੱਤਰ, ਤੇ ਉਹ ਇਹੋ ਜਿਹੇ ਲੰਬੇ ਵੱਡੇ ਵੱਡੇ ਨਾਖੂਨ ਦਿਖਾਉਣਗੇ ਔਰ ਇੱਥੇ ਸਿੰਗ ਵੀ ਕੱਢ ਦਿੰਦੇ ਆ। ਉਹ ਨਹੀਂ, ਉਹ ਤੇ ਇੱਕ ਕੀ ਕਹਿੰਦੇ ਉਹਨੂੰ, ਇਮੈਜੀਨੇਟਿਵ ਹੈ ਸਾਰਾ। ਅੱਛਾ ਅੱਛਾ। ਮਨੁੱਖ ਆਤਮਾ ਜਦੋਂ ਸ੍ਰੇਸ਼ਟ ਕਰਮ ਕਰਦੀ ਤੇ ਦੇਵਤਾ, ਔਰ ਜਦੋਂ ਵਿਕਰਮ ਕਰਦੀ ਤੇ ਫਿਰ ਜੋ ਵੀ ਨਾਮ ਦਿਓ ਤੁਸੀਂ, ਉਹਨੂੰ ਦੇਵਤਾ ਤੇ ਨਹੀਂ ਕਹਾਂਗੇ, ਅਸੁਰ। ਹਾਂ, ਅਸੁਰ। ਇਸ ਕਰਕੇ ਆਸੁਰੀ ਸੁਭਾਅ ਵਾਲੇ ਜਿਹੜੇ ਨੇ, ਹੈ ਤੇ ਉਹ ਵੀ ਮਨੁੱਖ, ਪਰ ਸੁਭਾਅ ਉਹਨਾਂ ਦਾ ਇਹੋ ਜਿਹਾ ਹੋ ਜਾਂਦਾ, ਪਰ ਸ਼ੁਰੂ ਤੋਂ ਨਹੀਂ ਹੁੰਦੇ ਆ। ਇਹ ਨਾ ਕੋਈ ਸੋਚੇ ਕਿ ਸ਼ੁਰੂ ਤੋਂ ਹੀ ਇਕੱਠੇ ਹੀ ਰਹੇ ਆ, ਦੇਵਤਾ ਵੀ ਔਰ ਅਸੁਰ ਵੀ, ਇਸ ਤਰ੍ਹਾਂ ਨਹੀਂ ਹੈ। ਅੱਛਾ ਅੱਛਾ। ਜਦੋਂ ਦੇਵਤਾ ਹੈਗੇ ਆ ਤੇ ਅਸੁਰ ਨਹੀਂ ਹੈਗੇ, ਜਦੋਂ ਅਸੁਰ ਹੈਗੇ ਆ ਤੇ ਫਿਰ ਦੇਵਤਾ ਕੋਈ ਨਹੀਂ ਹੈਗਾ। ਮਤਲਬ ਇਹ ਗਿਰਾਵਟ ਧੀਰੇ ਧੀਰੇ ਨੀਚੇ ਆਉਂਦੀ ਹੈ। ਗਿਰਾਵਟ ਹੁੰਦੀ ਇੱਕ ਇੱਕ ਜਨਮ 'ਚ, ਕਿਉਂਕਿ ਪਰਮਾਤਮਾ ਨੂੰ ਜਾਣਦੇ ਨਹੀਂ, ਪਹਿਚਾਣਦੇ ਨਹੀਂ, ਉਹਨਾਂ ਦੇ ਨਾਲ ਮਨ ਨਹੀਂ ਲੱਗਿਆ ਹੋਇਆ, ਤੇ ਉਚਾਈ 'ਚ ਕਿਸ ਤਰ੍ਹਾਂ ਉਹਨੂੰ ਗਿਰਾਵਟ ਰੁਕੇ ਵੀ, ਤਾਂ ਉਹਦੇ ਵਾਸਤੇ ਤਾਕਤ ਚਾਹੀਦੀ ਹੈ। ਤੇ ਉਹ ਸ਼ਕਤੀ। ਤੇ ਆत्मा ਦੀ ऊंच नीच बढ़ने ਦਾ ਰਾਜ क्या है? कि बहुत आत्म पुरुषार्थ करूँगी तो ऊंच बन जाऊंगी, या पुरुषार्थ नहीं करूँगी तो नीच है। ਇਹ ਮਤਲਬ ਕਰਮ ਦੇ ਹਿਸਾਬ ਦੇ ਹੁੰਦਾ ਜਾਂ ਪੁਰਸ਼ਾਰਥ ਦੇ ਹਿਸਾਬ ਦੇ ਹੁੰਦਾ? ਦੇਖੋ, ਪਹਿਲੀ ਚੀਜ਼ ਹੈ ਕੌਨਸ਼ੀਅਸਨੈਸ ਜੀ ਸਿਮਰਤੀ ਕੀ ਹੈਗੀ ਹੈ। ਜੀ। ਫਿਰ ਸਿਮਰਤੀ ਦੇ ਅਨੁਸਾਰ ਹੀ ਸੰਕਲਪ ਚੱਲਦੇ ਆ, ਤੇ ਫਿਰ ਉਹ ਐਕਸ਼ਨ ਚਾਹੁੰਦੇ ਆ, ਤੇ ਉਹ ਕਰਮ ਚਾਹੁੰਦੇ ਆ। ਜਿਹੋ ਜਿਹੇ ਸੰਕਲਪ ਚੱਲਣਗੇ ਉਹਦੇ ਹਿਸਾਬ ਨਾਲ ਫਿਰ ਕਰਮ ਹੋਏਗਾ, ਔਰ ਕਰਮ ਹੋਏਗਾ ਤੇ ਉਹ ਤੋਂ ਸੰਸਕਾਰ ਬਣ ਜਾਂਦਾ ਹੀ। ਫਿਰ ਉਹ ਸੰਸਕਾਰ ਬੀਜ ਬਣ ਜਾਂਦਾ ਹੀ ਅੱਗੇ ਕਰਮ ਕਰਨ ਦਾ। ਇਸ ਕਰਕੇ ਸੰਸਕਾਰ ਪਰਿਵਰਤਨ ਜਿਹੜਾ ਕਿਹਾ ਜਾਂਦਾ ਨਾ, ਇਸੇ ਕਰਕੇ ਕਿਹਾ ਜਾਂਦਾ ਵੀ ਸੰਸਕਾਰ ਪਰਿਵਰਤਨ ਕਰਨਾ ਜ਼ਰੂਰੀ ਹੈ। ਔਰ ਉਹ ਸੰਸਕਾਰ ਪਰਿਵਰਤਨ ਕਰਕੇ ਫਾਈਨਲ ਸਟੇਜ ਜਿਹੜੀ ਆ ਉਹ ਬੀਜ ਰੂਪ ਸਟੇਜ ਹੈ। ਓਹੋ ਜੀ। ਹਾਂਜੀ, ਬਾਪ ਸਮਾਨ ਸਟੇਜ ਜਿਹਨੂੰ ਕਹਿੰਦੇ, ਪਰਮਾਤਮਾ ਦੇ ਸਮਾਨਤਾ ਚ। जी पाजी, अगला प्रश्न है कि ज्ञान च अव्यविचारी और वे विचारी स्थिति की हुंदी या फिर नहीं हुंदी? अगर हुंदी तो क्यों, और नहीं हुंदी तो क्यों? ਬੜੀ ਸਿੱਧੀ ਜੀ ਗੱਲ ਹੈ। ਜੋ ਪਰਮਾਤਮਾ ਗਿਆਨ ਦੇ ਰਹੇ ਨੇ, ਸ਼ਿਵ ਪਰਮਾਤਮਾ ਬ੍ਰਹਮਾ ਮੁਖ ਦੁਆਰਾ ਜੋ ਗਿਆਨ ਦੇ ਰਹੇ ਨੇ, ਜਿਸ ਨੂੰ ਅਸੀਂ ਗਿਆਨ ਮੁਰਲੀ ਕਹਿੰਦੇ ਹਾਂ, ਮੁਰਲੀ ਦੇ ਅਨੁਸਾਰ ਅਗਰ ਕੋਈ ਗਿਆਨ ਲੈ ਕਰਕੇ ਔਰ ਉਹਦੇ ਉੱਪਰ ਪੂਰਾ ਚੱਲਦੇ ਨੇ, ਤਾਂ ਉਹਨੂੰ ਕਿਹਾ ਜਾਂਦਾ ਹੈ ਅਵਿਅਭਿਚਾਰੀ। अच्छा। ਔਰ ਅਗਰ ਕੋਈ ਮੁਰਲੀ ਭਾਵੇਂ ਪੜ੍ਹ ਵੀ ਰਹੇ ਆ, ਸੁਣ ਵੀ ਰਹੇ ਆ, ਲੇਕਿਨ ਉਹਦੇ ਨਾਲ ਹੋਰ ਗੱਲਾਂ ਮਿਕਸ ਕਰ ਦਿੰਦੇ ਆ। ਭਗਤੀ ਮਾਰਗ ਦੀਆਂ ਕਈ ਗੱਲਾਂ ਆਉਂਦੀਆਂ ਹੀ ਦੂਸਰੀਆਂ ਲੈਂਦੇ ਨੇ। ਕਈ ਭਗਤੀ 'ਚ ਵੀ ਗਿਆਨ ਦੇ ਨਾਲ ਮਿਲਦੀਆਂ ਹੈਗੀਆਂ, ਉਹ ਠੀਕ ਹੈ, ਪਰ ਉਸ ਤੋਂ ਇਲਾਵਾ ਜਿਹੜੀਆਂ ਬਈ ਅਸੁਰਾਂ ਔਰ ਦੇਵਤਿਆਂ ਦੀ ਲੜਾਈ ਹੋ ਗਈ, अच्छा। ਔਰ ਫਿਰ ਉਹ ਕੀ ਗੱਲਾਂ ਹੈਗੀਆਂ, ਉਹ ਤਾਂ ਮੈਂ ਜ਼ਿਆਦਾ ਇਤਨਾ ਮੈਂ ਖੁਦ ਹੀ ਨਹੀਂ ਪੜ੍ਹਿਆ ਹੋਇਆ जी। ਜੋ ਸੱਚੀ ਗੱਲ ਹੈ। ਮੈਂ ਸ਼ਾਸਤਰ ਜ਼ਿਆਦਾ ਨਹੀਂ ਪੜ੍ਹੇ ਹੋਏ, ਲੇਕਿਨ ਅਖਬਾਰ 'ਚ ਜਿਸ ਤਰ੍ਹਾਂ ਕੋਈ ਨਾ ਕੋਈ ਕਹਾਣੀਆਂ ਆਉਂਦੀਆਂ ਹੀ ਪੜ੍ਹਦੇ ਹਾਂ, ਅਸੀਂ ਦੇਖਦੇ ਹਾਂ, ਦੇਵਤਿਆਂ ਦੀ ਲੜਾਈ ਹੋ ਗਈ, ਫਲਾਣੇ ਦੀ ਲੜਾਈ ਹੋ ਗਈ, ਫਿਰ ਉਹ ਫਲਾਣੇ ਦੇਵਤਾ ਦੇ ਕੋਲ ਗਏ, ਫਿਰ ਉਹਨਾਂ ਨੇ ਇਹ ਸ਼ਰਾਪ ਦੇ ਦਿੱਤਾ, ਇਹ
ਇਹੋ ਜਿਹੀਆਂ ਜਿਹੜੀਆਂ ਇਹਨੂੰ ਕਹਿੰਦੇ ਆ ਦੰਦ ਕਥਾ ਹੈ, ਦੰਦ ਕਥਾ ਹੈ, ਕਾਕ ਐਂਡ ਬੁੱਲ ਸਟੋਰੀਜ਼, ਉਹ ਚੀਜ਼ ਹੈਗੀ ਹੈ। ਤੇ ਇਸ ਕਰਕੇ ਇਹਨਾਂ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੀਦਾ ਹੈ। ਮਤਲਬ ਮੁਰਲੀ ਅਗਰ ਸਾਡੀ ਹੈ, ਉਸ 'ਚ ਇੱਕ ਹਿਸਾਬ ਦੇਖਿਆ ਜਾਏ ਤਾਂ ਮਤਲਬ ਆਪਣੀ ਮਤ ਨਹੀਂ ਪਾਣੀ। ਤੁਹਾਡਾ ਬੋਲਣੇ ਦਾ ਮਤਲਬ ਇਹੀ ਹੈ ਕਿ ਜੋ ਬਾਬਾ ਦੀ ਮੁਰਲੀ ਹੈ ਉਹ ਸੇਮ ਉਸ ਹਿਸਾਬ ਤੋਂ ਪੜ੍ਹਨੀ ਔਰ ਮੰਥਨ ਕਰਨਾ। ਬਿਲਕੁਲ, ਜਿਸ ਤਰ੍ਹਾਂ ਦੁੱਧ ਹੈ, ਜੀ, ਪਿਓਰ ਹੈ, ਉਹਦੇ ਵਿੱਚ ਕੁਝ ਮਿਲਾਵਟ ਕਰ ਦਿਓ ਤਾਂ ਫਿਰ ਕੀ ਹੋਏਗਾ? ਉਹ ਤਾਂ ਰੂਪ ਬਦਲ ਜੀ ਜਾਏਗਾ। ਬਿਲਕੁਲ। ਤੇ ਇਸ ਕਰਕੇ ਜੋ ਗਿਆਨ ਮੁਰਲੀ 'ਚ ਤੁਹਾਨੂੰ ਮਿਲਦਾ ਹੀ, ਉਸ ਨੂੰ ਅਗਰ ਕੋਈ ਅੱਛੀ ਤਰ੍ਹਾਂ ਗਹਿਰਾਈ 'ਚ ਪੜ੍ਹੇ, ਸੋਚੇ, ਵਿਚਾਰ ਕਰੇ ਤਾਂ ਫਿਰ ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਹੈ ਵਾਸਤਵ 'ਚ। ਈਸ਼ਵਰੀ ਗਿਆਨ ਦੇ ਸਾਹਮਣੇ ਬਾਕੀ ਸਭ ਕੁਝ ਫਿੱਕਾ ਹੈਗਾ, ਫਿੱਕਾ। ਉਹਦੇ 'ਚ ਮਿਠਾਸ ਨਹੀਂ ਹੈਗੀ। ਮੈਂ ਤੁਹਾਡੇ ਵੱਲੋਂ ਇੱਕ ਪ੍ਰਸ਼ਨ ਇਹ ਪੁੱਛਣਾ ਚਾਹੁੰਦੀ, ਤੁਹਾਡਾ ਪਰਸਨਲ ਪ੍ਰਸ਼ਨ ਪੁੱਛਣਾ ਚਾਹੁੰਦੀ ਕਿ ਜਦ ਤੇ ਤੁਸੀਂ ਇਸ ਵੇਲੇ ਤਾਈਂ ਜੇ ਤੁਸੀਂ ਗਿਆਨ 'ਚ ਚਲੇ, ਯੋਗ ਕੀਤਾ, ਗਿਆਨ ਲਿਆ, ਜੋ ਵੀ ਪੁਰਸ਼ਾਰਥ ਕੀਤਾ, क्या ਤੁਹਾਨੂੰ ਕਦ ਇੱਦਾਂ ਨਹੀਂ ਲੱਗਿਆ ਕਿ ਮੇਰੇ ਤੇ ਕੋਈ ਚੀਜ਼ ਮਿਸ ਹੋ ਗਈ ਜਾਂ ਮੈਂ ਹਾਲੇ ਵੀ ਹੋਰ ਕਰਨਾ ਚਾਹੁੰਦਾ? ਇੰਜ ਕਦੀ ਲੱਗਿਆ ਤੁਹਾਨੂੰ? ਦੇਖੋ, ਇਹ ਜਿਹੜੇ ਸਾਡੇ ਸੰਸਕਾਰ ਹੈਗੇ ਆ ਜੀ, ਤੇ ਓਰੀਜਨਲ ਸੰਸਕਾਰ ਤੇ ਸੰਪੂਰਨ ਪਵਿੱਤਰਤਾ ਦੇ, ਪਾਵਨਤਾ ਦੇ, ਸ੍ਰੇਸ਼ਟਤਾ ਦੇ, ਉਹ ਸਭ ਹੈਗੇ ਆ। ਪਰ 63 ਜਨਮ ਤੋਂ ਜਿਹੜੇ ਅਸੀਂ ਦੇ ਅਭਿਮਾਨ ਚ ਆ ਕਰਕੇ ਔਰ 5 ਵਿਕਾਰਾਂ ਦੇ ਵਸ਼ ਹੋ ਕਰਕੇ ਕੋਈ ਨਾ ਕੋਈ ਇਹੋ ਜਿਹੇ ਕਰਮ ਕਰਦੇ ਰਹੇ, ਅੱਛਾ, ਤੇ ਉਹਨਾਂ ਦਾ ਵੀ ਇਫੈਕਟ ਤੇ ਹੈ ਨਾ ਆਤਮਾ ਤੇ। ਹਾਂ ਜ਼ਰੂਰ। ਤੇ ਜਦੋਂ ਤਾਈਂ ਉਹ ਇਫੈਕਟ ਖਤਮ ਨਹੀਂ ਹੁੰਦਾ ਤੇ ਥੋੜਾ ਉਹਦਾ ਰਿਫਲੈਕਸ਼ਨ ਰਹਿੰਦੀ ਹੈ। ਕਦੀ ਜਦੋਂ ਪ੍ਰੈਕਟੀਕਲ ਗੱਲਾਂ ਬਾਤਾਂ 'ਚ ਵੀ ਉਹ ਆ ਜਾਂਦੀਆਂ ਹੈ ਔਰ ਵਿਵਹਾਰ 'ਚ ਵੀ ਉਹ ਗੱਲਾਂ ਆ ਜਾਂਦੀਆਂ ਹੀ, ਜੀ, ਸੁਪਨ 'ਚ ਵੀ ਆ ਜਾਂਦੀਆਂ ਹੀ। ਤੇ ਉਹ ਆਤਮਾ ਦੀ ਆਪਣੀ ਜਦੋਂ ਪਿਊਰੀਫਿਕੇਸ਼ਨ ਹੁੰਦੀ ਜਾਂਦੀ ਹੈ ਤੇ ਨੈਗੇਟਿਵਿਟੀ ਦੀਆਂ ਗੱਲਾਂ ਸਾਰੀਆਂ ਜਿਹੜੀਆਂ ਹੀ ਉਹ ਡਿਕਰੀਜ਼ ਹੁੰਦੇ 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 ਖਤਮ ਹੋ ਜਾਂਦੀ ਹੈ। ਬਾਬਾ ਦੀ ਮੁਰਲੀ ਪਰਸੋਂ ਸੀ, ਪਰਸੋਂ ਜਾਂ ਕੱਲ ਦੀ ਮੁਰਲੀ, ਜਿਹਦੇ 'ਚ ਇੱਕ ਖਾਸ ਗੱਲ ਬਾਬਾ ਨੇ ਸਿਖਾਈ ਕਿ ਇੱਕਦਮ ਨਹੀਂ ਇਹ ਸਾਰਾ ਖਤਮ ਸੈਲਫ ਪਿਊਰੀਫਿਕੇਸ਼ਨ ਹੁੰਦੀ, ਇਟ ਟੇਕਸ ਟਾਈਮ, समय लगता। ਇਸ ਕਰਕੇ ਇਹ ਸਾਰਾ ਜਨਮ ਉਹਦੇ 'ਚ ਜਾਂਦਾ ਹੈ ਔਰ ਉਹਦੇ 'ਚ ਵੀ ਲਕਸ਼ ਰੱਖ ਕਰਕੇ ਅਭਿਆਸ ਕਰਦੇ ਰਹੋ ਇਤਨੇ ਤੱਕ ਕਿ ਤੁਹਾਨੂੰ ਖੁਦ ਮਹਿਸੂਸ ਹੋਏ ਕਿ ਅਸੀਂ ਜੋ ਕੁਝ ਹੁਣ ਕਰਨਾ ਹੀ ਉਹ ਸਾਰਾ ਹੀ ਜੋ ਈਸ਼ਵਰੀ ਗਿਆਨ ਦੇ ਮੇਨ ਪ੍ਰਿੰਸੀਪਲਸ ਹੈਗੇ ਨੇ ਉਹ 100% ਫੋਲੋ ਕਰਨ ਤੇ ਬਾਅਦ ਹੀ ਹੋਏਗਾ। ਉਹਦੇ 'ਚ ਕੋਈ ਈਰਸ਼ਾ, द्वेष ਜਾਂ ਦੇ ਅਭਿਮਾਨ ਵਗੈਰਾ ਆ ਗਿਆ ਅਗਰ ਤੇ ਫਿਰ ਉਹ ਨਹੀਂ ਹੁੰਦੇ, ਉਹ ਕੁਆਲਿਟੀ ਨਹੀਂ ਰਹੇਗੀ ਆਤਮਾ ਦੀ। ਇਸ ਕਰਕੇ ਬਹੁਤ ਹੀ ਇਹਦੇ ਵਿੱਚ ਮਹੀਨਤਾ ਦਾ ਪੁਰਸ਼ਾਰਥ ਹੈ। ਜੀ ਜੀ ਭਾਈ ਸਾਹਿਬ, ਤੁਸੀਂ ਅੱਜ ਆਪਣੇ ਅਨੁਭਵ ਦੇ ਆਧਾਰ 'ਚ ਸਾਨੂੰ ਗਿਆਨ ਤੇ ਯੋਗ ਦੀ ਗੱਲਾਂ ਦੱਸੀ ਔਰ ਭਗਤੀ ਮਾਰਗ ਦੇ ਰਿਲੇਟਿਡ ਵੀ ਤੁਸੀਂ ਥੋੜ੍ਹੀ ਬਹੁਤ ਗੱਲਾਂ ਸਾਨੂੰ ਦੱਸੀ ਔਰ 84 ਜਨਮ, ਇਹ ਸਭ ਤੋਂ ਇੰਪੋਰਟੈਂਟ ਗੱਲ ਹੈ ਸਾਡੇ ਜੀਵਨ ਦੀ ਕਿ ਇਹ 84 ਜਨਮ ਅਸੀਂ ਕਿੱਦਾਂ, ਮੈਕਸਿਮਮ 84 ਜਨਮ, ਮਿਨੀਮਮ 1 ਜਾਂ 2 ਜਨਮ ਹੈ। ਅੱਛਾ, ਉਹਦੇ ਹਿਸਾਬ ਨਾਲ ਆਹਿਸਤਾ ਆਹਿਸਤਾ ਇਸ ਸ੍ਰਿਸ਼ਟੀ ਤੇ ਆਬਾਦੀ ਵੱਧਦੀ ਹੈ। ਅੱਛਾ, 5000 ਸਾਲ ਪਹਿਲੇ ਜਦੋਂ
ਸਤਯੁਗ ਸ਼ੁਰੂ ਹੋਇਆ ਦੇਵੀ ਦੇਵਤਿਆਂ ਦਾ ਰਾਜ, ਤਾਂ ਉਸ ਵੇਲੇ ਵੈਸੇ ਕਿਹਾ ਜਾਂਦਾ ਹੀ 9,16,108, ਪਰ ਉਹਨਾਂ ਦੇ ਪੇਰੈਂਟਸ ਦਾ ਵੀ ਗਿਣਤੀ ਕਰ ਲਓ, ਉਹ ਵੀ ਤੇ ਨਾਲ ਹੋਣਗੇ, ਜੀ ਤੇ ਉਹ ਸਭ ਮਿਲਾ ਕਰਕੇ ਮਤਲਬ 20-25 ਲੱਖ ਅੱਛਾ ਸ਼ੁਰੂ 'ਚ ਇੰਨੇ ਹੀ ਹੁੰਦੇ ਆ, ਜ਼ਿਆਦਾ ਨਹੀਂ ਹੁੰਦੇ। ਫਿਰ ਆਹਿਸਤਾ ਆਹਿਸਤਾ ਵੱਧਦੇ ਜਾਂਦੇ। ਜੀ ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਤਿਗੁਰੂ ਕਰਤਾ ਪੁਰਖ 'ਚ ਆਪਣਾ ਅਨੁਭਵ ਦੇ ਆਧਾਰ 'ਤੇ ਸਾਨੂੰ ਗਿਆਨ ਦਿੰਦੇ। ਔਰ ਮੈਨੂੰ ਉਮੀਦ ਹੈ ਕਿ ਸਾਡੇ ਇਸ ਕਾਰਿਆਕ੍ਰਮ 'ਚ ਜਿਤਨੇ ਵੀ ਪ੍ਰਸ਼ਨ ਆਉਂਦੇ, ਮੈਨੂੰ ਲੱਗਦਾ ਕਿ ਉਹ ਸਾਡੇ ਹੱਲ ਵੀ ਹੋ ਜਾਂਦੇ। ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਦਿੰਦੀ ਕਿ ਤੁਸੀਂ ਆਪਣੇ ਪ੍ਰਸ਼ਨ ਸਾਨੂੰ ਭੇਜਦੇ ਔਰ ਉਹਦਾ ਹੱਲ ਤੁਹਾਨੂੰ ਮਿਲਦਾ। ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਧੰਨਵਾਦ। ਬਹੁਤ ਬਹੁਤ ਸ਼ੁਕਰੀਆ।